जी दोस्तों, इस वेले सतपाल जौहल होनी साडे नाल फोन लाइन के उपर आ चुके हैं। सो कम्युनिटी च जाने पछाणे नाम है। पिछले लंबे समय तो जिथे पत्रकारिता की गल करिए तां अपनियां सेवावां ਵੱਖ-ਵੱਖ प्लेटफॉर्म्स के उपर ਵੱਖ-ਵੱਖ सोर्सेज के नाल ਵੱਖ-ਵੱਖ तरीके के नाल निभाउंदे आ रहे हैं ते इन्हां दी डेडिकेशन नूं असीं हमेशा जिथे सराहने आ। इन्हां नूं शुभकामनावां दिंदे हां जी ते इन्हां दे जज्बे की जे गल करिए, इन्हां दी डेडिकेशन की गल करिए पत्रकारी दे लई वो एक वक्री तरह का इन्होंने हमेशा अपना जो होना है वो साडे सामने किसी ना किसी रूप के पहुंचता करते रहते हैं। जौहल साहब बहुत बहुत स्वागत पहला तो। हाँ, थैंक यू जी गिल साहब, बहुत बहुत धन्यवाद सारे श्रोतिਆਂ ਨੂੰ दर्शकों ਦੀਆਂ। सत श्री अकाल जी, वेलकम। ਤੇ ਜੌਹਲ ਸਾਹਿਬ ਦੱਸੀਏ ਪਹਿਲਾਂ ਤਾਂ ਥੋੜਾ ਜਿਹਾ ਜਿਹੜਾ ਅਸੀਂ ਅੱਜ ਗੱਲ ਕਰਨ ਦੇ ਲਈ ਤੁਹਾਨੂੰ ਖੇਚਲ ਦਿੱਤੀ ਹੈ ਕੁਝ ਮਿੰਟ ਦੇ ਲਈ ਕਿ ਇੱਥੋਂ ਟੋਰਾਂਟੋ ਜਾਂ ਵੈਨਕੂਵਰ ਤੋਂ ਡਾਇਰੈਕਟ ਫਲਾਈਟਸ ਦੇ ਬਾਰੇ ਦੇ ਵਿੱਚ ਚਰਚਾ ਪਿਛਲੇ ਬਹੁਤ ਸਾਲਾਂ ਤੋਂ ਹੀ ਚੱਲਦੀ ਆ ਰਹੀ ਹੈ। ਜਦੋਂ ਤੋਂ ਅਸੀਂ ਜਾਂਦੇ ਹਾਂ, ਪੰਜਾਬ ਜਾਂਦੇ ਹਾਂ ਤਾਂ ਸਾਡੇ ਪੰਜਾਬੀਆਂ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਇਹ ਮਸਲਾ ਰਿਹਾ ਕਿ ਸਾਨੂੰ ਜਿਹੜਾ ਸਾਡੇ ਆਪਣੇ ਸੂਬੇ ਦੇ ਵਿੱਚ ਲੈਂਡ ਕਰਨ ਦੇ ਲਈ ਜਿੱਥੇ ਏਅਰਪੋਰਟ ਵੀ ਬਣਿਆ ਹੋਇਆ, ਸਾਰੀਆਂ ਫੈਸਿਲਿਟੀਜ਼ ਵੀ ਹੋ ਸਕਦਾ ਹੋਣ ਔਰ ਕੁਝ ਸਮੇਂ ਲਈ ਉੱਥੇ ਲਈ ਫਲਾਈਟਸ ਚੱਲੀਆਂ ਵੀ ਡਾਇਰੈਕਟ, पर फिर चाहे वो राजनीतिक तौर पर कह लीए या फिर वो बिजनेस पॉइंट ऑफ व्यू तो कह लीए तो वो कंटीन्यूटी नहीं बन पाई। पर यह सवाल बहुत बड़ा रहा है हमेशा ही, पर समय समय के उपर इनू जो कह लीए भी चाहे तो कोई राजनीतिक अपने आधार बना के वरतन तक सीमित रह गया या फिर कुछ समय लिए बस गलबात हुई तो मुड़ के ठप हो गई तो अगे नहीं तुरी। ये थोड़ा जिहा पिछोकड़ दसना चाहो भी जोड़ा ये डायरैक्ट फ्लाइट्स वाला मसला है, तुसीं किवें देखदे हो? बिल्कुल जी, जो सीरियसनेस देखते हैं जी, क्योंकि विषय ही काफ़ी लंबे समय तो लिंगर ऑन कर रहा है और क्योंकि भी डायरैक्टली खुद भी मैनू इस ते काम करने का मौका मिला तो इन साइट थोड़ी अंडरस्टैंड करन दी अपॉर्चुनिटीज सीगियां। सब तो पहला गिल साहब मैं इन्ना दसना चाहना भी किते ना किते कोई कन्फ्यूजन हो जाती है भी ये जिहड़ा बहुत पुराना विषय आ, ये ते जिहड़ी मेरी परसनल ओपीनियन दा विचार जो पास्ट विच दिते गए या 2-3 हफ्ते पहला भी कंटीन्यूसली वो बदले नहीं, डिफरेंट नहीं। जिस तरह के वो कल सी 4 हफ्ते पहला सी, अज भी स्टैंड उही आ कि जे सर्कमस्टेंसेस यही रहिंदे आ ते स्टैंड भी यही रहेगा। सो किसी को कोई मिस इनफॉर्मेशन को कन्फ्यूजन होवे, मेरी टैलीफोन एक्सेस बड़ी सिंपल आ, मेरे नाल सीधी गल कीती जा सकती है। दूसरा ये है जी कि 2018 दे विच सानू अपॉर्चुनिटी मिली सी, प्राइम मिनिस्टर जस्टिन ट्रूडो के डेलीगेशन दे विच इंडिया गए सी। ਉਹਦੇ ਵਿੱਚ ਨਵਦੀਪ ਬੈਂਸ ਜਿਹੜੇ ਕਿ ਕੈਬਨਿਟ ਮਿਨਿਸਟਰ ਉਦੋਂ ਨਾਲ ਸੀਗੇ, ਇਹ ਇਸ਼ੂ ਅਸੀਂ ਲੈ ਕੇ ਗਏ ਸੀ ਵੀ ਫਲਾਈਟ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਜਿਹੜਾ ਇਸ਼ੂ ਆ ਰਿਜ਼ੋਲਵ ਹੋ ਜਾਣਾ ਚਾਹੀਦਾ। ਉਦੋਂ ਵੀ ਵੱਖ-ਵੱਖ ਜਿਹੜੀਆਂ ਇੰਟਰਵਿਊਜ਼ ਦੇ ਵਿੱਚ ਨਵਦੀਪ ਬੈਂਸ ਹੋਣੀ ਜਿਹੜੇ ਕਿ ਮੰਤਰੀ ਸੀ ਮੌਜੂਦਾ ਸਰਕਾਰ ਦੀ ਪਾਰਟੀ ਜਿਹੜੀ ਉਹਨਾਂ ਦੀ ਲਿਬਰਲ, ਉਹਨਾਂ ਨੇ ਕਿਹਾ ਸੀਗਾ ਵੀ ਏਅਰ ਕੈਨੇਡਾ ਨਾਲ ਅਸੀਂ ਇਹ ਇਸ਼ੂ ਡਾਇਰੈਕਟਲੀ ਵਿਚਾਰਾਂਗੇ। ਲੱਗ ਇਹ ਰਿਹਾ ਵੀ ਅਸਲ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਅਸੀਂ ਫੋਲੋਅਪ ਵੀ ਉਹਨਾਂ ਦੇ ਨਾਲ ਕੀਤਾ ਵੀ ਇਹਦੇ ਤੇ ਕੋਈ ਪ੍ਰੋਗਰੈਸ ਉਹ ਨਹੀਂ ਕਰ ਪਾਈ ਮੰਤਰੀ ਹੁੰਦੇ ਹੋਏ ਵੀ। ਉਸ ਤੋਂ ਬਾਅਦ ਫਿਰ ਨਵਦੀਪ ਬੈਂਸ ਹੋਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਨੇ ਐਫਰਟ ਕੀਤੇ ਸੀ ਬਟ ਕੋਈ ਹੱਲ ਨਹੀਂ ਨਿਕਲ ਸਕਿਆ। ਸਾਡੇ ਨਾਲ ਗੱਲ ਇੰਟਰਵਿਊ ਔਨ ਦਾ ਰੈਕਰਡ ਪਈ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਨੇ ਪ੍ਰੋਮਿਸਿਸ ਕਈ ਕੀਤੇ ਸੀ, ਉਹਨਾਂ ਨੇ ਐਫਰਟ ਕੀਤੀ ਕਿ ਨਹੀਂ ਇਹ ਹੁਣ ਰੱਬ ਜਾਣਦਾ, ਪਰ ਇਹਦੇ ਬਾਰੇ ਉਹਨਾਂ ਨੇ ਬਾਅਦ ਦੇ ਵਿੱਚ ਕਦੇ ਕੋਈ ਸਪਸ਼ਟ ਨਹੀਂ ਕੀਤਾ ਵੀ ਕੀ ਐਫਰਟਸ ਉਹਨਾਂ ਨੇ ਕੀਤੀਆਂ। ਕਹਿਣ ਦਾ ਮਤਲਬ ਇਹ ਆ ਵੀ ਇਹ ਸਾਡੀ ਜਿਹੜੀ ਕਮਿਊਨਿਟੀ ਦੇ ਐਮਪੀਜ਼ ਜਾਂ ਮਿਨਿਸਟਰਸ ਹੈਗੇ ਆ, ਇਹਨਾਂ ਨਾਲੋਂ ਵੱਧ ਅੰਮ੍ਰਿਤਸਰ ਦੇ ਡੈਸਟੀਨੇਸ਼ਨ ਦੀ ਇੰਪੋਰਟੈਂਸ, ਸਾਡੀ ਕਮਿਊਨਿਟੀ ਦੀਆਂ ਫੀਲਿੰਗਸ ਬਾਰੇ ਹੋਰ ਕਿਸੇ ਕਮਿਊਨਿਟੀ ਦੇ ਐਮਪੀਜ਼ ਨੂੰ ਤਾਂ ਘੱਟ ਹੀ ਪਤਾ ਹੋਊਗਾ ਨਾ। ਇਹ ਜੇ ਮੰਤਰੀ ਹੁੰਦਿਆਂ ਜਾਂ ਐਮਪੀ ਹੁੰਦਿਆਂ ਸਰਕਾਰ ਚਲਾ ਰਹੇ ਪਿਛਲੇ 2015 ਤੋਂ ਇਹ ਹਾਲ ਦੀ ਘੜੀ ਤੱਕ ਕੁਛ ਨਹੀਂ ਕਰ ਪਾ ਰਹੇ। ਤੇ ਗੱਲ ਸਮਝਣ ਵਾਲੀ ਜਾਣੀ ਇਹ ਵਿੱਚੋਂ ਸਾਰੀ ਸਿਚੁਏਸ਼ਨ ਦੇ ਵਿੱਚੋਂ ਸਾਨੂੰ ਇਹ ਆਈ ਆ ਕਿ ਏਅਰਲਾਈਨ ਬਿਜ਼ਨਸ ਸਾਡੇ ਦੇਸ਼ ਦੇ ਵਿੱਚ ਕਿਉਂਕਿ ਪ੍ਰਾਈਵੇਟ ਬਿਜ਼ਨਸ ਆ, ਇਹ ਹੁਣ ਏਅਰਲਾਈਨ ਜਿਹੜੀ ਏਅਰ ਕੈਨੇਡਾ ਆ ਦੁਨੀਆ ਭਰ ਦੇ ਡੈਸਟੀਨੇਸ਼ਨਸ ਨੂੰ ਸਰਵ ਕਰਦੀ ਆ। ਕੋਈ ਵੀ ਡੈਸਟੀਨੇਸ਼ਨ ਇਹਨਾਂ ਨੇ ਸਰਵ ਕਰਨਾ ਹੋਵੇ ਤੇ ਉਹਦਾ ਡਿਸੀਜਨ ਮੇਕਿੰਗ ਅਥਾਰਟੀ ਏਅਰ ਕੈਨੇਡਾ ਦੀ ਮੈਨੇਜਮੈਂਟ ਕੋਲ ਆ। ਉਹਨਾਂ ਨੇ ਜੇ ਕਿਤੇ ਕੋਈ ਐਕਸਪਲੋਰ ਕਰਨਾ ਡੈਸਟੀਨੇਸ਼ਨ ਤੇ ਉਹਦੀ ਪ੍ਰੋਫਿਟੇਬਿਲਿਟੀ ਦੀ ਰਿਪੋਰਟ ਡਾਟਾ ਬੇਸਡ ਫੈਕਟ ਬੇਸਡ ਜਿਹੜੀ ਆ ਉਹ ਆਪ ਆਪਣੀ ਮਾਰਕੀਟਿੰਗ ਡਿਪਾਰਟਮੈਂਟ ਦੇ ਰਾਹੀਂ ਜਿਹੜੀ ਆ ਜੀ ਉਹ ਐਕਸੈਸ ਕਰਦੇ ਆ ਤੇ ਉਹ ਜੇ ਉਹਨਾਂ ਨੂੰ ਡੈਸਟੀਨੇਸ਼ਨ ਲੱਗੇ ਪ੍ਰੋਫਿਟੇਬਲ ਉਹਨੂੰ ਸਰਵ ਕਰਨ ਲਈ ਗਵਰਨਮੈਂਟ ਕੋਲ ਤਾਂ ਰਸਮੀ ਤੌਰ ਤੇ ਉਹਨਾਂ ਨੇ ਪਰਮਿਸ਼ਨ ਲੈਣ ਹੀ ਜਾਣਾ ਹੁੰਦਾ। ਇਸ ਤੋਂ ਬਾਅਦ ਗਵਰਨਮੈਂਟ ਦਾ ਇਹਦੇ ਵਿੱਚ ਰੂਲ ਕੋਈ ਨਹੀਂ, ਕੋਈ ਵੀ ਡੈਸਟੀਨੇਸ਼ਨ ਇਹੋ ਜਿਹਾ ਨਹੀਂ ਏਅਰ ਕੈਨੇਡਾ ਜਿਹੜਾ ਉਹ ਗਵਰਨਮੈਂਟ ਦੇ ਕਹਿਣ ਤੇ ਜਾਂ ਗਵਰਨਮੈਂਟ ਵੱਲੋਂ ਸਪਾਂਸਰ ਕੀਤਾ ਗਿਆ ਸਰਵ ਕਰ ਰਿਹਾ ਹੋ। ਹਰ ਇੱਕ ਡੈਸਟੀਨੇਸ਼ਨ ਇਹ ਪ੍ਰੈਰੋਗੇਟਿਵ ਏਅਰ ਕੈਨੇਡਾ ਦਾ ਜਾਂ ਇੱਥੇ ਨਾਰਥ ਅਮਰੀਕਾ ਦੇ ਵਿੱਚ ਕਿਸੇ ਵੀ ਏਅਰਲਾਈਨ ਦਾ
ਆਪਣਾ ਆ ਵੀ ਉਹਨਾਂ ਨੇ ਕਿੱਥੇ ਜਹਾਜ਼ ਭੇਜਣਾ, ਕਿੱਥੇ ਉਹਨਾਂ ਨੇ ਨਹੀਂ ਭੇਜਣਾ। ਇਹਦੇ ਵਿੱਚ ਜੋਹਰ ਸਾਹਿਬ ਜੀ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਕਈ ਵਾਰ ਅਸੀਂ ਕੋਈ ਜਦੋਂ ਪ੍ਰੈਸ਼ਰ ਬਣਾਉਂਦੇ ਆ ਜਾਂ ਆਪਣੀ ਕੋਈ ਰਾਏ ਰੱਖ ਕੇ ਲੋਕਾਂ ਦੀ ਇੱਕ ਡਿਮਾਂਡ ਦੇ ਰੂਪ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਕਿਤੇ ਸਰਕਾਰਾਂ ਨੂੰ ਨਾਲ ਇਨਵੋਲਵ ਕੀਤਾ ਜਾਂਦਾ, ਤੁਹਾਨੂੰ ਲੱਗਦਾ ਕਿ ਉਹ ਪੋਜ਼ਿਟਿਵਲੀ ਸਾਨੂੰ 에ਅਰਲਾਈਨਸ ਨੂੰ ਮਨਾਉਣ ਦੇ ਲਈ ਸੌਖਾ ਹੋ ਸਕਦਾ ਹੁੰਦਾ? ਦੇਖੋ ਜੀ ਕਿ ਕੋਈ ਵੀ ਬਿਜ਼ਨਸ ਓਨਰ ਹੈ ਨਾ, ਕੋਈ ਦੁਕਾਨਦਾਰ ਜਾਂ ਸਿੰਪਲ ਇੱਕ ਸਟੋਰ ਚਲਾ ਰਿਹਾ, ਕੋਈ ਵੀ MP ਕੈਨੇਡਾ ਦਾ ਉਹਨੂੰ ਜਾ ਕੇ ਕਹਿ ਦੇ ਵੀ ਤੈਨੂੰ ਫਾਇਦਾ ਹੋ ਰਿਹਾ ਇਹਨੂੰ ਬੰਦ ਕਰ ਦੇ, ਉਹ ਬਿਜ਼ਨਸ ਓਨਰ ਨੇ ਸੋਚਣਾ ਵੀ ਮੈਨੂੰ ਫਾਇਦਾ ਹੋ ਰਿਹਾ ਮੈਂ ਕਿਉਂ ਬੰਦ ਕਰ ਦਿਆਂ। ਉਸ ਬਿਜ਼ਨਸ ਓਨਰ ਨੂੰ ਪੈ ਰਿਹਾ ਹੋਵੇ ਘਾਟਾ, ਕੋਈ MP ਮੰਤਰੀ ਜਾ ਕੇ ਉਹਨੂੰ ਕਹਿ ਦੇਵੇ ਵੀ ਚਾਲੂ ਰੱਖ ਘਾਟਾ ਭਾਵੇਂ ਪੈ ਰਿਹਾ, ਤੇ ਉਹ ਜੇ ਉਹਦਾ ਦੁਬਾਰਾ ਨਿਕਲ ਰਿਹਾ ਤੇ ਉਹ ਬੰਦ ਕਰੂਗਾ ਹੀ। ਸੋ ਇਹ ਸਰ ਘਾਟੇ ਵਾਲੀ ਜਿਹੜੀ ਗੱਲ ਹੈ ਇਹ ਕਿੰਨੇ ਕੁ ਸਮੇਂ ਪਹਿਲਾਂ ਜਿਹੜਾ ਅਸੈਸਮੈਂਟ ਕੀਤੀ ਗਈ ਤੇ ਉਸ ਤੋਂ ਬਾਅਦ ਤਾਂ ਸਾਡੀ ਕਮਿਊਨਿਟੀ ਹੋਰ ਵੀ ਬਹੁਤ ਵੱਡੇ ਨੰਬਰਸ ਜਿਹੜੇ ਨੇ ਇੱਥੇ ਲੋਕ ਆਉਂਦੇ ਜਾਂਦੇ ਨੇ, ਟਰੈਵਲ ਕਰਦੇ ਨੇ, ਕਿ ਇਹਨੂੰ ਦੁਬਾਰਾ ਰੀਅਸੈਸ ਨਹੀਂ ਕੀਤਾ ਗਿਆ ਹੋਵੇਗਾ 에ਅਰਲਾਈਨਸ ਵੱਲੋਂ ਕਿ ਇਹ ਘਾਟੇ ਦਾ ਜੇ ਇੱਕ ਟਾਈਮ ਤੇ ਸੌਦਾ ਸੀ ਤਾਂ ਉਸ ਤੋਂ ਬਾਅਦ ਦਿੱਲੀ ਲਈ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਲਈ ਜਿਹੜੀਆਂ ਫਲਾਈਟਸ ਜਾਂਦੀਆਂ ਨੇ ਤਾਂ ਫਿਰ ਤਾਂ ਉਹ ਵੀ ਹੁਣ ਤੱਕ ਮੈਜੋਰਿਟੀ ਆਪਾਂ ਇਹੀ ਗੱਲ ਕਰਦੇ ਨਾ ਜੀ ਕਿ ਪੰਜਾਬੀ ਉਹਦੇ ਵਿੱਚ ਇੱਕ ਵੱਡਾ ਰੋਲ ਨਿਭਾਉਂਦੇ ਆ, ਤਾਂ ਫਿਰ ਉਹ ਅਸੈਸਮੈਂਟ ਤੁਹਾਨੂੰ ਕੀ ਲੱਗਦਾ ਕੋਈ ਇਹਦੇ ਤੇ ਸਟੱਡੀ ਕੀਤੀ ਨਹੀਂ ਹੋਏਗੀ ਜੀ ਪਾਰਟ ਉਹਨਾਂ ਨੇ ਕੰਪਨੀਆਂ ਨੇ? ਸ਼ਾਇਦ ਇਹ ਬਦਲੇ ਹੋਏ ਹਾਲਾਤਾਂ 'ਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਇਹ ਸਟੱਡੀ ਡਿਊ ਆ, ਇਸੇ ਕਰਕੇ ਸਾਡਾ ਸਟੈਂਡ ਇਹ ਆ ਕਿ ਹਾਊਸ ਆਫ ਕਾਮਨਸ ਜਾਂ ਗਵਰਨਮੈਂਟ ਦਾ ਕੋਈ ਰੋਲ ਇਹਦੇ ਵਿੱਚ ਹੋਵੇ ਨਾ ਹੋਵੇ, 에ਅਰ ਕੈਨੇਡਾ ਦਾ ਝੂਠ ਆ। ਜਦੋਂ ਉਹਨਾਂ ਨੂੰ ਇਹ ਕੋਈ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਦੀ ਡਾਟਾਬੇਸ ਮਿਲ ਜਾਏ ਕਿ ਆਹ ਰੂਟ ਤੁਸੀਂ ਅੱਜ ਤੱਕ ਇਗਨੋਰ ਕਰਕੇ ਬੈਠੇ ਆ, ਪ੍ਰੋਫਿਟੇਬਲ ਹੋ ਸਕਦਾ, ਇੱਕ ਤੇ ਡਿਮਾਂਡ ਹੀ ਬਹੁਤ ਆ। ਜਦੋਂ ਉਹਨਾਂ ਨੂੰ ਕੰਧ ਤੇ ਲਿਖਿਆ ਇਹ ਦੱਸ ਪਵੇ ਸਾਫ ਵੀ ਬਾਕੀ ਪ੍ਰੋਫਿਟੇਬਲ ਰੂਟ ਹੈ ਤੇ ਅਸੀਂ ਇਗਨੋਰ ਕਰਕੇ ਬੈਠੇ ਆ, ਇਹੋ ਜਿਹੇ ਰੂਟ ਬਿਜ਼ਨਸ ਓਨਰ ਤਾਂ ਲੱਭਦਾ ਜਿੱਥੋਂ ਉਹਨੂੰ ਫਾਇਦਾ ਹੋ ਸਕਦਾ, ਉਹ ਕਿਉਂ ਨਹੀਂ ਸ਼ੁਰੂ ਕਰਨਗੇ? ਗਵਰਨਮੈਂਟ ਤੇ ਜੇ ਦਿੱਲੀ ਨੂੰ ਬੰਬੇ ਨੂੰ ਪਰਮਿਸ਼ਨ ਦੇ ਸਕਦੀ ਹੈ ਤੇ ਅੰਮ੍ਰਿਤਸਰ ਨੂੰ ਕਿਹੜਾ ਕਹਿੰਦੇ ਵੀ ਅਸੀਂ ਨਹੀਂ ਦੇਵਾਂਗੇ? ਸਭ ਤੋਂ ਵੱਡੀ ਫਿਰ ਇਹਦੇ ਵਿੱਚ ਹੱਲ ਕੀ ਦੇਖਦੇ ਹੋ ਡਾਕਟਰ, ਤੁਹਾਨੂੰ ਕੀ ਲੱਗਦਾ ਵੀ ਹੱਲ ਸਭ ਤੋਂ ਕੀ ਹੈ? ਫਿਰ ਸਿਰਫ ਚੁੱਪ ਚਪੀਤੇ ਆਪਾਂ ਬੈਠੇ ਰਹੀਏ ਤੇ ਕੋਈ ਕਿਸੇ ਤਰ੍ਹਾਂ ਦੀ ਆਵਾਜ਼ ਨਾ ਜਾਵੇ ਤਾਂ ਕਿੱਦਾਂ ਗੱਲ ਕਿੱਦਾਂ ਅੱਗੇ ਤੁਰੇਗੀ? ਨਹੀਂ, ਚੁੱਪ ਚਪੀਤੇ ਬੈਠਾ ਤਾਂ ਕੁਝ ਵੀ ਨਹੀਂ ਹੋਏਗਾ, ਗੱਲ ਤੇ ਵੀ ਕੁਛ ਨਾ ਕੁਛ ਤੇ ਕਰਨਾ ਹੀ ਪਏਗਾ, ਪਰ ਕਰਨਾ ਪਏਗਾ ਸਟ੍ਰੀਮਲਾਈਨਡ ਜਿੱਥੋਂ ਸਾਡੇ ਕੀਤੇ ਹੋਏ ਐਫਰਟ ਦਾ ਸਭ ਤੋਂ ਵੱਧ ਪੋਜ਼ਿਟਿਵ ਰਿਜ਼ਲਟ ਅਚੀਵਮੈਂਟ ਹੋ ਸਕੇ। ਉਹ ਹੈਗੀ ਆ ਸੁਜੈਸਟ ਕਰੋ ਤਾਂ ਕਿਹੜੇ ਤਰੀਕੇ ਹੋਣਗੇ? ਸਿੰਪਲ ਹੈ ਕਿ ਜਿਹੜੇ ਗਰੁੱਪ ਨੂੰ ਸਾਡੇ ਭੈਣ ਭਰਾਵਾਂ ਨੂੰ ਲੀਡਰਸ਼ਿਪ ਨੂੰ ਲੱਗਦਾ ਐਮਪੀਆਂ ਨੂੰ ਅੱਗੇ ਲਗਾਇਆ ਜਾ ਸਕਦਾ, ਐਮਪੀਆਂ ਤੋਂ ਬਿਨਾਂ ਵੀ ਕੀਤਾ ਜਾ ਸਕਦਾ, ਕੋਈ ਐਸੀ ਗੱਲ ਨਹੀਂ ਹੈ। ਇੱਕ ਪ੍ਰੈਜੈਂਟੇਸ਼ਨ ਤਿਆਰ ਕੀਤੀ ਜਾਵੇ ਕਿ ਕਿੱਦਾਂ ਕਿੱਦਾਂ ਇਹ ਰੂਟ ਪ੍ਰੋਫਿਟੇਬਲ ਆ, ਕਿੰਨੀ ਇਹਦੇ ਤੇ ਡਿਮਾਂਡ ਹੈਗੀ ਆ। ਪਿਛਲੇ ਸਮੇਂ ਦੇ ਵਿੱਚ 에ਅਰ ਕੈਨੇਡਾ ਨੂੰ ਜਾਂ ਬਾਕੀ 에ਅਰਲਾਈਨਸ ਨੂੰ, ਇੱਕ 에ਅਰਲਾਈਨ ਤਾਂ ਬੈਂਕਰਪਟੀ ਹੋ ਗਈ ਸੀ ਉੱਥੇ ਜਾ ਕੇ ਅੱਧ-ਵੱਟੇ 20 ਸਾਲ ਪਹਿਲਾਂ, ਯਾਦ ਹੋਏਗਾ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਦੇ ਪੈਸੇ ਵਿੱਚ ਮਰ ਗਏ ਸੀਗੇ। ਸੋ ਤੇ ਇਹ ਰੂਟ ਜਦੋਂ 에ਅਰਲਾਈਨਸ ਨੂੰ ਘਾਟੇ ਦਾ ਲੱਗਾ ਉਹਨਾਂ ਨੇ ਬੰਦ ਕੀਤਾ। ਅੱਜ ਬਦਲੇ ਹੋਏ ਹਾਲਾਤਾਂ 'ਚ ਸਾਡੀ ਕਮਿਊਨਿਟੀ ਇੱਥੇ ਬਹੁਤ ਗਰੋ ਕਰ ਚੁੱਕੀ ਆ, ਇਹ ਰੂਟ ਪ੍ਰੋਫਿਟੇਬਲ ਹੋ ਸਕਦਾ ਇਸ ਤਰੀਕੇ ਦੇ ਨਾਲ। ਜੇ ਡੇਲੀ ਨਾ ਵੀ ਹੋਵੇ ਤਾਂ ਹਫ਼ਤੇ 'ਚ 4 ਵਾਰੀ ਲਾ ਲਓ ਜਾਂ ਜਿੰਨੇ ਵਾਰੀ ਵੀ, ਇਹ ਸ਼ੁਰੂ ਕਰਕੇ ਟਰਾਈ ਕੀਤੀ ਜਾ ਸਕਦੀ ਆ, ਜਿਹਦੇ ਬਾਰੇ ਕਿ MPs ਦੇ ਅੱਗੇ ਲੱਗ ਕੇ 에ਅਰ ਕੈਨੇਡਾ ਸਿੱਧਾ ਕਿਸੇ ਗਰੁੱਪ ਨੂੰ, ਪ੍ਰਾਈਵੇਟ ਬੰਦੇ ਨੂੰ ਨਾ ਵੀ ਟਾਈਮ ਦੇਣ ਤੇ ਉਹ ਐਟਲੀਸਟ ਅਪਾਇੰਟਮੈਂਟ ਬਣਾ ਕੇ ਦੇ ਸਕਦੇ ਇਹੋ ਜਿਹੀ ਪ੍ਰੈਜੈਂਟੇਸ਼ਨ ਵਾਸਤੇ, ਮੀਟਿੰਗ ਵਾਸਤੇ ਨਹੀਂ। ਡਾਕਟਰ ਤੁਹਾਨੂੰ ਲੱਗਦਾ ਕਿ ਸਿਆਸਤ ਜਿਹੜੀ ਹੈ ਉਹ ਕਿਸੇ ਰੂਪ ਦੇ ਵਿੱਚ, ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਇਸ ਵੇਲੇ ਜਿਹੜਾ ਮੌਜੂਦਾ ਲਿਬਰਲ ਸਰਕਾਰ ਦੇ MPs ਵੱਲੋਂ ਐਫਰਟ ਕੀਤੇ ਗਏ ਤਾਂ ਉਹ ਕੋਈ ਰਿਜ਼ਲਟ ਨਹੀਂ ਨਿਕਲਿਆ, ਤਾਂ ਹੁਣ ਇਸ ਵੇਲੇ ਜਿਹੜੇ ਆਪਣੇ ਬ੍ਰੈਡ ਵਿਜ ਹੋਰੀ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ MP ਨੇ, ਉਹਨਾਂ ਨੇ ਇੱਕ ਪਟੀਸ਼ਨ ਪਾਈ ਹੈ ਤੇ ਤੁਹਾਡੇ ਮੁਤਾਬਕ ਉਹਦਾ ਕੋਈ ਬਹੁਤਾ ਅਸਰ ਨਹੀਂ ਹੋਣ ਦੇ ਚਾਂਸ? ਨਹੀਂ, ਦੇਖੋ ਇਸ ਤਰੀਕੇ ਦੇ ਨਾਲ ਆ ਵੀ ਕਿਉਂਕਿ ਇਹ ਲਿਬਰਲ ਪਾਰਟੀ 'ਚ ਬੈਠੇ ਰੂਬੀ ਸਹੂਲਤਾਂ ਖੁਦ ਪਹਿਲਾਂ ਕਰਕੇ ਦੇਖ ਚੁੱਕੇ ਆ। ਸਰਕਾਰ ਚਲਾ ਰਹੀ ਪਾਰਟੀ ਦੇ MP ਦੇ ਕਿਹਾ ਅੱਜ ਤੱਕ ਕੁਝ ਨਹੀਂ ਹੋਇਆ, ਮੰਤਰੀ ਤੱਕ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਕਰਾਂਗੇ, ਤਦ ਕੁਝ ਨਾ ਹੋਇਆ। ਤੇ ਤੁਹਾਨੂੰ ਯਾਦ ਹੋਏਗਾ ਕਿ ਕੋਵਿਡ ਦੇ ਵਿੱਚ 2 ਸਾਲ ਪਹਿਲਾਂ ਸਾਡੇ ਸੈਂਕੜੇ ਦੀ ਤਾਦਾਦ ਦੇ ਵਿੱਚ ਭੈਣ ਭਰਾ ਉੱਥੇ ਇੰਡੀਆ 'ਚ ਫਸ ਗਏ ਸੀ। ਗਵਰਨਮੈਂਟ ਵੱਲੋਂ ਨਹੀਂ ਕੋਈ ਖਾਸ ਐਫਰਟ ਸ਼ੁਰੂਆਤ ਵਿੱਚ ਹੋਈ, ਲੋਕਾਂ ਨੂੰ 3-3 4-4 ਗੁਣਾ ਟਿਕਟਾਂ ਖਰਚ ਕੇ ਆਉਣਾ ਪਿਆ। ਉਹਦੇ ਵਿੱਚ ਜੇ ਚਾਰਟਰਡ ਫਲਾਈਟ ਦੀ ਗੱਲ ਚੱਲੀ ਸੀ ਤੇ ਉਹ ਕੰਜ਼ਰਵੇਟਿਵ ਤੇ ਲਿਬਰਲ ਦੇ ਪੁੜਾਂ ਦੇ ਵਿੱਚ ਪਿਸੇ ਸੀ ਲੋਕ, ਕਿਉਂਕਿ ਲਿਬਰਲ ਗਵਰਨਮੈਂਟ ਸੀ, ਕੰਜ਼ਰਵੇਟਿਵ ਐਫਰਟ ਕਰ ਰਹੇ ਸੀ, ਉਹਨਾਂ ਨੇ ਨਹੀਂ ਉਸੇ ਲੱਗਣ ਦਿੱਤੀ ਗੱਲ ਜਹਾਜ਼ ਵਾਲੀ। ਤੁਹਾਨੂੰ ਲੱਗਦਾ ਕਿ ਜੇ ਹੁਣ ਮੰਨ ਲੈਂਦੇ ਕਿਸੇ ਤਰੀਕੇ ਦੇ ਨਾਲ MP ਬ੍ਰੈਡ ਵਿਜ ਹੋਰੀ ਬਹੁਤ ਪ੍ਰੈਸ਼ਰ ਕ੍ਰੀਏਟ ਕਰ ਲੈਣ, ਆਪਣੀ ਪਟੀਸ਼ਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਾਈਨ ਕਰਵਾ ਲੈਣ ਤੇ ਜਿਹੜੀ ਸੱਤਾ ਤੇ ਹੈ ਉਹ ਕੋਸ਼ਿਸ਼ ਕਰੇਗੀ ਕਿ ਉਹ ਇਹਨੂੰ ਡਿਫਿਊਜ਼ ਕੀਤਾ ਜਾਵੇ ਕਿ ਅਦਰਵਾਈਜ਼ ਸਾਡੀ ਪੋਲੀਟੀਕਲ ਹਾਰ ਹੋਣੀ ਹੈ? ਦੇਖੋ ਜੀ, ਕੋਈ ਮੰਨੇ ਨਾ ਮੰਨੇ, ਕੱਲ ਨੂੰ ਕੰਜ਼ਰਵੇਟਿਵ ਦੀ ਸਰਕਾਰ ਹੋਵੇ, ਲਿਬਰਲ ਕੁਝ ਕਰਨਗੇ, ਉਹ ਵੀ ਨਹੀਂ ਗੋ ਥਰੂ ਹੋਣ ਦਿੰਦੇ ਹੁੰਦੇ, ਆਪਾਂ ਨੂੰ ਪਤਾ ਹੀ ਹੈ ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ। ਇੱਕ ਦੋ ਕਾਲਰ ਭੇਜੇ ਜਾ ਸਕਦੇ ਹੋ, ਦੇਖੀਏ ਕੀ ਕਹਿੰਦੇ ਨੇ।
हाँ जी 9114 नंबर। हाँ जी ब्रीफ रखियो जी, की शुभ नाम है ਤੁਹਾਡਾ? हाँ जी राम सिंह अपना। हाँ जी राम सिंह जी, बहुत छोटी गलबात रखियो जी। हाँ जी डॉक्टर ਸਾਹਿਬ ਪਤਾ ਨਹੀਂ ਕਿ ਮੈਨੂੰ ਤਾਂ ਇਹ ਜਿਵੇਂ ਮੁੱਦਾ ਜਿਹਾ ਬਣਾਇਆ ਜਾ ਰਿਹਾ ਇਹ ਲੱਗਦਾ ਹੀ ਨਹੀਂ ਮੁੱਦਾ। ਕੋਈ ਵੀ ਚੀਜ਼ ਆਪਾਂ ਇਮੋਸ਼ਨਲੀ ਬੁੱਕ ਨਹੀਂ ਕਰ ਸਕਦੇ। ਇਹ ਤੁਹਾਨੂੰ ਪਤਾ ਵੀ ਬਿਜ਼ਨਸ ਮਾਈਂਡਡ ਕਮਿਊਨਿਟੀਜ਼ ਹੈਗੀਆਂ, ਇਹਨਾਂ ਨੂੰ ਪ੍ਰੋਫਿਟ ਤੇ ਲਾਸ ਇਹ ਮੇਨ ਫੈਕਟਰਸ ਹੁੰਦੇ ਆ। ਆਪਾਂ ਨੂੰ ਜਿਹੜਾ ਲੱਗਦਾ ਨਾ ਵੀ ਇਹ ਬਹੁਤ ਫੁੱਲ ਜਾ ਰਿਹਾ ਜਹਾਜ਼, ਕਿਉਂਕਿ ਆਪਾਂ ਇਕਨੋਮੀ ਕਲਾਸ 'ਚ ਬੈਠੇ ਹਾਂ ਫੁੱਲ ਆ, ਜਾ ਕੇ ਜਿਹੜਾ ਗੇੜਾ ਮਾਰੋ ਬਿਜ਼ਨਸ ਕਲਾਸ ਦਾ, ਫਿਰ ਪਤਾ ਲੱਗਦਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਅਸੀਂ ਐਕਸਪੀਰੀਅੰਸ ਕੀਤੀਆਂ। ਏਅਰਲਾਈਨ ਨੂੰ ਇਹ ਲੱਗਦਾ ਸਾਡੀ ਬਿਜ਼ਨਸ ਕਲਾਸ ਜਿੱਥੋਂ 4 ਪੈਸੇ ਬਣਨੇ ਉਹ ਖਾਲੀ ਉੱਡ ਰਹੀ ਆ। ਉਹਨਾਂ ਸਮੇਂ 'ਚ ਉੱਡਦੀ ਸੀ, ਅੱਜ ਬਦਲੇ ਹੋਏ ਹਾਲਾਤਾਂ 'ਚ ਵੀ ਡੋਂਟ ਨੋ, ਜਾਂ ਫਿਰ ਕੋਈ ਪਲੇਨ ਹੀ ਇਦਾਂ ਦਾ ਹੋ ਸਕਦਾ ਜਿਹਦੇ ਵਿੱਚ ਸਾਰੀਆਂ ਇਕਨੋਮੀ ਕਲਾਸ ਦੀਆਂ ਸੀਟਾਂ ਹੋਣ ਤੇ ਚਲੋ ਭਰਿਆ ਜਾਵੇ ਅੰਮ੍ਰਿਤਸਰ ਨੂੰ। ਪਰ ਬਦਲੇ ਹੋਏ ਹਾਲਾਤਾਂ 'ਚ ਦਿੱਲੀ ਵੀ ਭਰਿਆ ਜਾ ਰਿਹਾ, ਬੰਬੇ ਵੀ ਭਰਿਆ ਜਾਊਗਾ, ਅੰਮ੍ਰਿਤਸਰ ਵੀ ਭਰਿਆ ਜਾ ਸਕਦਾ ਬਦਲੇ ਹੋਏ ਹਾਲਾਤਾਂ ਦੇ ਵਿੱਚ। ਫਿਰ ਵੀ ਇਸ ਗੱਲ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਵੀ ਜਿਹੜਾ ਜਦੋਂ ਬਿਜ਼ਨਸ ਦੀ ਤੁਸੀਂ ਆਪ ਹੀ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਜਦੋਂ ਕੋਈ ਕੰਪਨੀ ਜਾਂ ਬਿਜ਼ਨਸ ਜਿਹੜਾ ਆਪਣਾ ਕੰਮ ਜਾਂ ਆਪਣੀ ਪ੍ਰੈਕਟਿਸ ਸ਼ੁਰੂ ਕਰਦੇ ਆ ਤਾਂ ਉਹਨਾਂ ਦਾ ਪ੍ਰੋਫਿਟ ਮੇਕਿੰਗ ਮਾਡਲ ਲੈ ਕੇ ਚੱਲਦੇ ਆ, ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਇਸ ਰੂਟ ਨੂੰ ਡਿਸਕਸ ਹੀ ਨਹੀਂ ਕੀਤਾ ਹੋਵੇਗਾ ਅਜੇ ਤੱਕ? ਮੈਨੂੰ ਤਾਂ ਇਹ ਲੱਗਦਾ ਵੀ ਉਹ ਡਿਸਕਸ਼ਨ ਵੀ ਹੋਈ ਹੋਏਗੀ, ਉਹਦੀ ਪ੍ਰੋਫਿਟੇਬਿਲਿਟੀ ਵੀ ਕੈਲਕੂਲੇਟ ਹੋ ਗਈ ਹੋਣੀ ਹੈ, ਪਰ ਕੋਈ ਨਾ ਕੋਈ ਹੋਰ ਇਹੋ ਜਿਹੀ ਚੀਜ਼ ਹੈ ਜਿਹੜੀ ਰੋਕ ਰਹੀ ਹੈ ਉਹਨਾਂ ਨੂੰ। ਦੇਖੋ ਅਸੀਂ ਚੀਜ਼ਾਂ ਅਜ਼ਿਊਮ ਨਹੀਂ ਨਾ ਕਰ ਸਕਦੇ। ਇਹ ਤੇ ਚੀਜ਼ਾਂ ਹੁਣ ਅਜ਼ਿਊਮ ਕਰਕੇ ਤੇ ਆਪਾਂ ਕੁਝ ਵੀ ਮਤਲਬ ਸਪੈਕੂਲੇਟ ਕਰ ਲਈਏ ਵੀ ਇਦਾਂ ਹੋਇਆ ਹੋਊਗਾ, ਇਦਾਂ ਹੋਇਆ ਹੋਊਗਾ, ਜਦੋਂ ਉਹਦੀ ਕੋਈ ਫੈਕਟ ਬੇਸ ਆਪਣੇ ਕੋਲ ਰਿਪੋਰਟ ਨਹੀਂ, ਕੋਈ ਐਵੀਡੈਂਸ ਨਹੀਂ, ਕੋਈ ਸਪੋਰਟ ਨਹੀਂ। ਅੰਮ੍ਰਿਤਸਰ ਏਅਰਪੋਰਟ ਕੈਪੇਬਲ ਆ, ਲੱਗ ਰਿਹਾ ਵੀ ਇੰਡੀਅਨ ਗਵਰਨਮੈਂਟ ਨੇ ਉੱਥੇ ਫਲਾਈਟਸ ਨੂੰ ਏਅਰਲਾਈਨਸ ਨੂੰ ਆਉਣ ਤੋਂ ਆਫੀਸ਼ੀਅਲੀ ਨਹੀਂ ਰੋਕਿਆ ਹੋਇਆ, ਕਿਉਂਕਿ ਜਿਹੜੀ ਮੇਨ ਏਅਰਲਾਈਨ ਏਅਰ ਕੈਨੇਡਾ ਇਹਦੇ ਦੰਦ ਖੱਟੇ ਪਹਿਲਾਂ ਹੋ ਚੁੱਕੇ ਆ। ਤਦ ਕਰਕੇ ਵੀ ਹੁਣ ਨਵੇਂ ਸਿਰੇ ਤੋਂ ਜੇ ਇਹ ਸਭ ਕੁਝ ਆਪਾਂ ਕਰਨਾ ਚਾਹੁੰਦੇ ਆ ਤੇ ਲੱਗ ਰਿਹਾ ਵੀ ਸ਼ੁਰੂਆਤ ਏਅਰ ਕੈਨੇਡਾ ਤੋਂ ਕਰ ਲਈ ਜਾਵੇ ਤੇ ਜਲਦੀ ਕੰਮ ਹੋ ਸਕਦਾ। ਬਾਕੀ ਚਲੋ ਪ੍ਰੈਸ਼ਰ ਜੇ ਗਵਰਨਮੈਂਟ ਦਾ ਹਾਊਸ ਆਫ ਕਾਮਨਸ ਦਾ ਪੈ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ, ਪਰ ਉਹਨਾਂ ਦੇ ਕਰਨ ਵਾਲਾ ਇਹ ਕੰਮ ਨਹੀਂਗਾ ਇਸ ਕੰਟਰੀ ਦੇ ਵਿੱਚ। ਇਸ ਕੰਟਰੀ ਦੇ ਵਿੱਚ ਏਅਰਲਾਈਨ ਨੇ ਹੀ ਡਿਸਾਈਡ ਕਰਨਾ ਕਿ ਉਹਨਾਂ ਨੇ ਕਿਹੜੇ ਡੈਸਟੀਨੇਸ਼ਨ ਤੇ ਜਾਣਾ, ਕਿਹੜੇ ਤੇ ਨਹੀਂ ਜਾਣਾ। ਹੋਰ ਤੇ ਦੇਖਦੇ ਹੋ ਕੀ ਕਹਿੰਦੇ ਹਾਂ ਜੀ। ਚੰਬੀ ਜੀ ਤੁਸੀਂ ਆਉਂਦੇ ਹੋ ਜਿੱਦਾਂ ਤੁਹਾਡੀ ਕਹਿ ਰਹੇ ਹੋ ਕਿ ਏਅਰਲਾਈਨ ਦਾ ਦੱਸੀ ਗਿਆ ਮੈਂ ਤੁਹਾਨੂੰ ਆਪਣੇ ਕੰਮ ਦੱਸਦਾ ਮੈਂ 3 ਸਾਲ ਕੰਮ ਕੀਤਾ ਹੈ ਜਿਹੜਾ ਕਿ ਏਅਰਲਾਈਨ ਦੇ ਨਾਲ ਤੇ ਮੈਂ 1 ਸਾਲ ਮੈਂ ਏਅਰ ਦੇ ਨਾਲ ਇਹ ਵਿਸ਼ੇ ਦੇ ਨਾਲ ਕੰਮ ਕੀਤਾ। ਠੀਕ ਹੈ ਕੀ ਹੁੰਦਾ ਹੈ ਆਪਣੇ ਵਿੱਚ ਜਿੱਦਾਂ ਆਪਾਂ ਏਅਰਲਾਈਨ ਕਹਿੰਦੇ ਜਿਹੜਾ ਰੂਟ ਪ੍ਰੋਫਿਟੇਬਲ ਮਿਲਦਾ ਹੈ ਹਨਾ ਉਹ ਕੀ ਜਾਊਗੀ। ਹੁਣ ਜੇ ਆਪਾਂ ਗੱਲ ਕਰਦੇ ਹਾਂ ਭਾਜੀ ਡਾਇਰੈਕਟ ਟ੍ਰੇਨ ਦੇ ਵਿੱਚ ਜਾਂਦੀ ਅੱਛਾ ਹੁਣ ਆਪਾਂ ਕੱਟਰ ਏਅਰਲਾਈਨ ਦੀ ਗੱਲ ਕਰੀਏ। ਕੱਟਰ ਏਅਰਲਾਈਨ ਭਾਜੀ ਸਿੱਧੀ ਅੰਮ੍ਰਿਤਸਰ ਜਾਂਦੀ ਹੈ। ਇਹ ਇੰਡੀਆ ਦੀ ਫਲਾਈਟ ਕੈਨੇਡਾ ਦੀ ਫਲਾਈਟ ਆਪਾਂ ਜਿਹੜੀ ਲੈ ਕੇ ਜਾਣੀ ਹੈ ਪੰਜਾਬ ਦੇ ਵਿੱਚ ਡਾਇਰੈਕਟ। ਠੀਕ ਹੈ ਜੀ, ਉਹ ਲੰਘਦੀ ਹੈ ਪਾਕਿਸਤਾਨ ਦੇ ਉੱਤੋਂ ਜਾਂ ਫਿਰ ਚਾਈਨਾ ਦੇ ਵਿੱਚ। ਪਾਕਿਸਤਾਨ ਭਾਜੀ ਆਪਣੇ ਨਾਲ ਪੰਜਾਬ ਦੀ ਬਾਰਡਰ ਦੇ ਨਾਲ ਲੱਗਦਾ ਵਾ। ਪਾਕਿਸਤਾਨ ਬਹੁਤ ਜ਼ਿਆਦਾ ਫਲਾਈਟਾਂ ਜਿਹੜੀਆਂ ਹੈਗੀਆਂ ਨੇ ਜਿਹਨਾਂ ਨੂੰ ਅਲਾਉ ਨਹੀਂ ਕਰਦਾ ਉਹਨੇ ਵੀ ਏਅਰ ਸਪੇਸ ਦੇ ਵਿੱਚ ਦੇ ਜਾਣ ਲਈ। ਹੁਣ ਆਪਾਂ ਉਹ ਗੱਲ ਜਿਹੜੀ ਹੈ ਏਅਰ ਕੈਨੇਡਾ ਦੇ ਕੰਨ ਦੇ ਵਿੱਚ ਪਾਉਣੀ ਪਊਗੀ ਇੰਸਟੈਡ ਆਫ ਪੰਜਾਬ ਦੇ ਕੰਨ 'ਚ ਪਾਉਣ ਨਾਲ। ਠੀਕ ਹੈ ਜੀ, ਠੀਕ ਹੈ, ਬਹੁਤ ਮਿਹਰਬਾਨੀ ਸੰਦੀਪ ਭਾਈ, ਥੈਂਕ ਯੂ। ਤੁਹਾਨੂੰ ਲੱਗਦਾ ਕਿ ਅਜੇ ਤੱਕ ਨਹੀਂ ਪਹੁੰਚੀ ਏਅਰ ਕੈਨੇਡਾ ਤੱਕ ਗੱਲਬਾਤ? ਦੇਖੋ ਜੀ ਕਿ ਸਾਡੀ ਗੱਲ ਇਹ ਭਾਈ ਸਾਹਿਬ ਕਰ ਗਏ ਆ ਕਿ ਜੇ ਅਸੀਂ ਹਾਊਸ ਆਫ ਕਾਮਨ ਤੱਕ ਗਏ ਆ, ਹੁਣ ਦੂਸਰੀ ਵਾਰੀ ਫੇਰ ਗਏ ਆ ਤੇ ਅਸੀਂ ਏਅਰ ਕੈਨੇਡਾ ਤੱਕ ਨਹੀਂ ਹਜੇ ਤੱਕ ਗਏ ਆ। ਇੱਕ ਤਾਂ ਹੋ ਗਈ ਇਹ ਗੱਲ ਵੀ ਏਅਰ ਕੈਨੇਡਾ ਨੇ ਉਸ ਰਾਊਟ ਨੂੰ ਆਪਣੇ ਆਪ ਦੁਬਾਰਾ ਐਕਸਪਲੋਰ ਕਰਨ ਦੀ ਅਜੇ ਤੱਕ ਹਿੰਮਤ ਨਹੀਂ ਸਮਝੀ। ਪਰ ਗੱਲ ਇਹ ਹੈ ਵੀ ਏਅਰ ਸਪੇਸ ਹੈ ਨਾ ਜਿਹੜਾ ਇੱਕ ਕੰਟਰੀ ਕਿਸੇ ਦੇਸ਼ ਲਈ ਬੰਦ ਕਰਦਾ ਜਾਂ ਤੇ ਉਹ ਸਾਰੀਆਂ ਫਲਾਈਟਾਂ ਲਈ ਬੰਦ ਕਰ ਦਿੰਦਾ, ਇੱਕ ਫਲਾਈਟ ਲਈ ਬੰਦ ਨਹੀਂ ਕਰਦਾ। ਇਸ ਗੱਲ ਨਾਲ ਅਸੀਂ ਸਹਿਮਤ ਨਹੀਂ ਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਅੰਮ੍ਰਿਤਸਰ ਲਈ ਜਹਾਜ਼ ਇੰਡੀਆ ਗਵਰਨਮੈਂਟ ਨੂੰ ਅਪਰੂਵਲ ਨਹੀਂ ਦਿੱਤੀ ਹੋਈ। ਹੁਣ ਥੋੜਾ ਹਾਂਜੀ ਟੈਕਨੀਕਲੀ ਹੈ ਨਾ, ਇਸ ਗੱਲ ਦੀ ਮਿਸਗਾਈਡਿੰਗ ਕਮੇਟੀ ਨੂੰ ਕਰ ਸਕਦੇ ਜਾਂ ਤੇ ਏਅਰ ਸਪੇਸ ਸਾਰੀਆਂ ਫਲਾਈਟਾਂ ਲਈ ਖੁੱਲਾ ਜਾਂ ਕਿਸੇ ਲਈ ਵੀ ਨਹੀਂ। ਅੰਮ੍ਰਿਤਸਰ ਦੇ ਮੁੱਢੋਂ ਲਾਹੌਰ ਤੋਂ ਰੋਜ਼ ਇੱਥੇ ਟਰਾਂਟੋ ਫਲਾਈਟ ਸਿੱਧੀ ਆਉਂਦੀ ਆ। ਠੀਕ ਹੈ ਜੀ, ਤੇ ਅੰਮ੍ਰਿਤਸਰੋਂ ਵੀ ਆ ਸਕਦੀ ਹੈ ਜੇ ਮਤਲਬ ਆਉਣਾ ਕੋਈ ਚਾਹੇ ਏਅਰਲਾਈਨ ਆਉਣਾ ਚਾਹੇ ਸਰਕਾਰ ਨਹੀਂ ਲੱਗ ਰਿਹਾ ਵੀ ਕੈਨੇਡਾ ਦੀ ਸਰਕਾਰ ਇਹ ਨਹੀਂ ਚਾਹੁੰਦੀ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਨਾ ਆਵੇ। ਔਰ ਲੱਗ ਇਹ ਵੀ ਰਿਹਾ ਵੀ ਇੰਡੀਆ ਦੀ ਗਵਰਨਮੈਂਟ ਨੂੰ ਵੀ ਕੋਈ ਪ੍ਰੋਬਲਮ ਨਹੀਂ ਜੇ ਕੋਈ ਏਅਰਲਾਈਨ ਤਿਆਰ ਹੋਵੇ ਨਾ। ਹੁਣ ਤਾਂ ਏਅਰਲਾਈਨ ਇੰਡੀਆ ਵੀ ਪ੍ਰਾਈਵੇਟ ਹੋ ਗਈ ਆ। ਚਲੋ ਪਹਿਲਾਂ ਏਅਰ ਇੰਡੀਆ ਤੇ ਸਰਕਾਰ ਦਾ ਕੋਈ ਪ੍ਰੈਸ਼ਰ ਹੋਊਗਾ, ਹੁਣ ਤਾਂ ਉਹ ਵੀ ਪ੍ਰਾਈਵੇਟ ਹੋ ਗਏ ਆ। ਚਲੋ ਉੱਥੇ ਪ੍ਰਾਈਵੇਟ ਤੇ ਸਰਕਾਰ ਦਾ ਪ੍ਰੈਸ਼ਰ ਫੇਰ ਵੀ ਹੋਊਗਾ, ਪਰ ਏਅਰ ਕੈਨੇਡਾ ਤੇ ਨਹੀਂ ਮੰਨਿਆ ਜਾ ਸਕਦਾ ਵੀ ਕਿਸੇ ਐਮਪੀ ਜਾਂ ਮੰਤਰੀ ਦੇ ਕਹਿਣ ਤੇ ਉਹ ਨਹੀਂ ਅੰਮ੍ਰਿਤਸਰ ਨੂੰ ਫਲਾਈਟ ਸ਼ੁਰੂ ਕਰ ਰਹੇ। ਇਸ ਕਰਕੇ ਏਅਰ ਕੈਨੇਡਾ ਨੇ ਇਹ ਰਾਊਟ ਆਪਣੇ ਪ੍ਰੈਰੋਗੇਟਿਵ ਨਾਲ ਐਕਸਪਲੋਰ ਕਰਨਾ, ਕਿਸੇ ਦੇ ਕਹਿਣ ਤੇ ਨਹੀਂ। ਡਾਕਟਰ ਇੱਕ ਲਾਸਟ ਕਾਲ ਲੈ ਕੇ ਫਿਰ ਤੁਹਾਡੇ ਤੋਂ ਇਜਾਜ਼ਤ ਲੈਣੇ ਜੀ। ਹਾਂਜੀ ਮੱਲੀ ਲਿਖਿਆ ਹੋਇਆ ਜੀ, ਮੱਲੀ ਹੋਣੀ। ਹਾਂਜੀ ਕਾਫੀ ਆ ਭਾਜੀ ਤੇ ਮੈਂ ਉਹਨੇ ਟੌਪਿਕ ਸੁਣਦਾ ਬਹੁਤ ਵਧੀਆ ਟੌਪਿਕ ਹੈਗਾ। ਹਾਂਜੀ ਬਿਲਕੁਲ ਫਲਾਈਟ ਤੇ ਸ਼ੁਰੂ ਹੋਣੀ ਚਾਹੀਦੀ ਹੈ ਜੀ। ਆਪਣੇ ਸ਼ਹਿਰ ਕਿਤੇ ਪੰਜਾਬ 'ਚ ਲੋਕੀ 11-7 ਘੰਟੇ ਦਾ ਸਫ਼ਰ ਨਹੀਂ ਕਰੋ। ਮੈਂ 2008 ਦੀ ਗੱਲ ਕਰ ਰਿਹਾ, ਉਦੋਂ ਮੈਂ ਡਾਇਰੈਕਟ ਫਲਾਈਟ ਗਿਆ ਸੀ ਏਅਰ ਇੰਡੀਆ 'ਚ। 2007 ਜਾ ਕੇ ਵਾਪਸੀ ਹਫ਼ਤੇ ਕੀਤੀ ਤੇ ਉਹਨਾਂ ਨੂੰ ਮੇਰੀ ਫਲਾਈਟ ਲਾਹੌਰ ਤੋਂ ਉੱਤੇ ਜਾਂਦੀ ਸੀ ਭਾਜੀ। ਮੈਨੂੰ ਨਹੀਂ ਲੱਗਦਾ ਕੋਈ ਇਸ਼ੂ ਹੋਣਾ ਚਾਹੀਦਾ ਪਾਕਿਸਤਾਨ ਨਾਲ ਕੋਈ
ਦਿਓ ਜੀ ਤੇ ਫਿਰ ਦੱਸ ਲੈਣੇ। ਪਹਿਲੀ ਗੱਲ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਆਪਾਂ ਹੁਣ ਪਾਸੇ ਛੱਡ ਦਈਏ, ਬਦਲੇ ਹੋਏ ਹਾਲਾਤ ਦੇ ਮੁਤਾਬਕ ਜਿੰਨੀ ਆਪਾਂ ਕਮਿਊਨਿਟੀ ਇੱਥੇ ਗਰੋ ਹੋ ਗਈ ਆ ਨਾ, ਵੀ ਉਹ ਬਦਲਦੀਆਂ ਬੱਸਾਂ ਵੀ ਬੰਦ ਨਹੀਂ ਹੋਣਗੀਆਂ, ਦਿੱਲੀ ਸੈਕਟਰ ਬਿਜ਼ੀ ਰੱਖਣਾ। ਦੇਖੋ ਲੋਕਾਂ ਨੇ ਇੱਥੇ ਬੰਬੇ ਵੀ ਤੇ ਅੰਮ੍ਰਿਤਸਰ ਨੂੰ ਸ਼ੁਰੂ ਹੋ ਵੀ ਗਈ ਫਲਾਈਟ, ਕਮਿਊਨਿਟੀ ਇੰਨੀ ਜ਼ਿਆਦਾ, ਡਿਮਾਂਡ ਹੀ ਇੰਨੀ ਜ਼ਿਆਦਾ ਹੁਣ ਹਨਾ, ਜਹਾਜ਼ ਫੁੱਲ ਜਾਣਗੇ ਹਫ਼ਤੇ 'ਚ, ਜੇ ਡੇਲੀ ਨਹੀਂ ਤਾਂ 3-4 ਵਾਰ ਟਰਾਈ ਕੀਤਾ ਜਾ ਸਕਦਾ ਸ਼ੁਰੂ ਦੇ ਵਿੱਚ। ਬਾਕੀ ਜਿਹੜੀ ਹੈ ਜੀ ਅਨਲਿਮਿਟਡ ਫਲਾਈਟਸ ਹੋ ਸਕਦੀਆਂ, ਹਫ਼ਤੇ 'ਚ ਇੱਕ ਫਲਾਈਟ ਤੋਂ ਹੀ ਸ਼ੁਰੂ ਕਰਕੇ ਦੇਖ ਸਕਦੇ ਆ, 2 ਤੋਂ ਕਰ ਸਕਦੇ ਆ। ਯੈਸ, ਜਿਹੜੇ ਔਰ ਲੌਂਗ ਹਾਲ ਦੇ ਵਿੱਚ ਸਾਰੀਆਂ 에ਅਰਪਲੇਨ ਦੇ ਜਿਹੜੇ ਇਸ ਵੇਲੇ 에ਅਰ ਕੈਨੇਡਾ ਦੇ ਨਾ, ਉਹਨਾਂ ਦੇ ਵਿੱਚ ਪ੍ਰੀਮੀਅਮ ਇਕੋਨਮੀ ਕਲਾਸ ਹੈਗੀ ਆ, ਇਕੋਨਮੀ ਕਲਾਸ ਆ, ਪ੍ਰੀਮੀਅਮ ਇਕੋਨਮੀ ਕਲਾਸ ਆ, ਫਿਰ ਬਿਜ਼ਨਸ ਕਲਾਸ ਆ। ਪਰ ਜਿੰਨਾ ਚਿਰ ਫਲਾਈਟ ਪ੍ਰੋਫਿਟੇਬਲ ਨਾ ਹੋਈ ਕਿਸੇ 에ਅਰਲਾਈਨ ਨੇ ਸ਼ੁਰੂ ਕਰਕੇ ਫਿਰ ਦੁਬਾਰਾ ਬੰਦ ਕਰ ਦੇਣੀ, ਤੁਸੀਂ ਦੇਖ ਲਿਓ। ਆਪਾਂ ਫਿਰ ਗੱਲਾਂ ਬਣਾਉਣੀਆਂ ਵਿੱਚ ਪੋਲੀਟਿਕਸ, ਹਾਂਜੀ ਬਾਦਲ ਜਾਂ ਉਹ ਸਭ ਕੁਝ ਵੀ। ਬਸ 1 ਮਿੰਟ ਦੇ ਵਿੱਚ ਤੁਸੀਂ ਆਪਣੇ ਵੱਲੋਂ ਸਮਅਪ ਕਰਨਾ ਹੋਵੇ, ਤੁਹਾਡੇ ਮੁਤਾਬਕ ਕਿਹੜਾ ਬੈਸਟ ਤਰੀਕਾ ਹੋ ਸਕਦਾ ਜਿਹਦੇ ਨਾਲ ਇਹ ਫਲਾਈਟਸ ਦੁਬਾਰਾ, ਚਾਹੇ ਉਹ 에ਅਰ ਕੈਨੇਡਾ ਸ਼ੁਰੂ ਕਰੇ, ਚਾਹੇ ਉਹ 에ਅਰ ਇੰਡੀਆ ਕਰੇ, ਚਾਹੇ ਕੋਈ ਹੋਰ ਤੀਜੀ 에ਅਰਲਾਈਨ ਕਰੇ, ਕੀ ਤਰੀਕਾ ਲੱਗਦਾ ਨਾ? ਜਿਹੜੇ ਵੀ ਭੈਣ ਭਰਾ ਇਸ ਸਿਲਸਿਲੇ ਦੀ ਲੀਡਰਸ਼ਿਪ ਲੈ ਕੇ ਅੱਗੇ ਹੋਏ ਨੇ, ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਉਹਨਾਂ ਨੂੰ ਆਪਣੀ ਜਿਹੜੀ ਐਫਰਟ ਆ ਉਹ ਥੋੜੀ ਜਿਹੀ ਸਟ੍ਰੀਮਲਾਈਨ ਤੇ ਫੋਕਸ ਕਰਨ ਦੀ ਲੋੜ ਸਾਨੂੰ ਮਹਿਸੂਸ ਹੋ ਰਹੀ ਆ। ਅਸੀਂ ਕਮਿਊਨਿਟੀ ਦੇ ਵਿੱਚ ਸਦਾ ਜਿਹੜੀ ਗੱਲ ਬਣਦੀ ਆ ਆਪਣੇ ਤਜਰਬੇ ਦੇ ਲਿਹਾਜ਼ ਨਾਲ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਜੋ ਸਹੀ ਹੋਵੇ। ਸੋ ਉਹਨਾਂ ਦਾ ਲੱਗ ਰਿਹਾ ਜੀ ਕਿ ਘੱਟ ਐਨਰਜੀ ਦੇ ਵਿੱਚ ਜਿਹੜਾ ਜੀ ਘੱਟ ਸਮੇਂ 'ਚ ਜ਼ਿਆਦਾ ਸਕਸੈਸਫੁਲ ਹੋ ਸਕਦੇ ਆ। ਜੇ ਉਹਨਾਂ ਨੇ ਐਮਪੀ ਦੀ ਮਦਦ ਵੀ ਲੈਣੀ ਆ ਤੇ 에ਅਰ ਕੈਨੇਡਾ ਨਾਲ ਅਪਾਇੰਟਮੈਂਟ ਲੈਣ ਦੇ ਵਿੱਚ ਐਮਪੀ ਸਹਾਈ ਹੋ ਸਕਦੇ ਆ। ਉਹਨਾਂ ਦੇ ਕੋਲ ਕੋਈ ਐਸੀ ਪ੍ਰੈਜੈਂਟੇਸ਼ਨ ਹੋਵੇ ਉਸ ਗਰੁੱਪ ਦੇ ਕੋਲ ਕਿ ਆ ਦੇਖੋ ਜੀ ਆਹ ਰੂਟ ਇੱਦਾਂ ਇੱਦਾਂ ਪ੍ਰੋਫਿਟੇਬਲ ਆ, ਸ਼ੁਰੂ ਕਰੋ। ਜੇ 에ਅਰ ਕੈਨੇਡਾ ਕਨਵਿੰਸ ਹੋਊਗੀ, ਕਿਸੇ ਸਰਕਾਰ ਦੀ ਲੋੜ ਹੀ ਨਹੀਂ ਪੈਣੀ, ਬਿਲਕੁਲ ਨਹੀਂ ਹਾਊਸ ਆਫ ਕਾਮਨ ਦੀ ਲੋੜ ਪੈਣੀ, ਬਿਲਕੁਲ ਨਹੀਂ ਕਿਸੇ ਹੋਰ ਐਫਰਟ ਦੀ ਲੋੜ ਪੈਣੀ। ਕਨਵਿੰਸ ਹੋ ਗਿਆ ਜਿਹੜਾ ਬਿਜ਼ਨਸ ਓਨਰ ਵੀ ਐਸ ਬਿਜ਼ਨਸ ਐਸ ਰੂਟ ਤੇ ਮੈਨੂੰ ਫਾਇਦਾ ਆ, ਉਹਨੇ ਉੱਤੇ ਫਲਾਈਟ ਆਪੇ ਚਲਾ ਲੈਣੀ ਆ। ਸੋ ਇਸ ਕਰਕੇ ਚੱਲ ਕਰਕੇ ਤੇ ਇਸ ਲਈ 에ਅਰ ਕੈਨੇਡਾ ਨੂੰ ਕਨਵਿੰਸ ਕਰਨਾ ਸਾਡਾ ਮੇਨ ਇਸ਼ੂ ਹੋਣਾ ਚਾਹੀਦਾ। ਅਪਾਇੰਟਮੈਂਟ ਲੈਣ ਦੇ ਵਿੱਚ ਪ੍ਰੈਜੈਂਟੇਸ਼ਨ ਲਈ ਟਰਬਲ ਹੋਵੇ ਤਾਂ ਉਹਦੇ 'ਚ ਐਮਪੀ ਸਾਡੇ 18 ਆ, ਉਹਦੇ ਵਿੱਚੋਂ 5 ਬਰੈਂਪਟਨ ਦੀ ਮਦਦ ਕਰ ਦੇਣੇ, ਨਹੀਂ ਬਹੁਤ। ਬਹੁਤ ਸ਼ੁਕਰੀਆ ਜੋਸਫ, ਧੰਨਵਾਦ ਜੀ।